ਡਾਕਟਰ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਪੁਰਾਣੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਸ਼ਹਿਰ ਜਿਹੜੇ ਫਿਰੋਜ਼ਪੁਰ ਦੇ ਵਿੱਚ ਆਉਂਦੇ ਸੀ? ਇਹਦੇ ਵਿੱਚ ਮੋਗਾ, ਮੁਕਤਸਰ, ਫਾਜ਼ਿਲਕਾ, ਇੱਥੋਂ ਤੱਕ ਕਿ ਕਿਸੇ ਵੇਲੇ ਬਠਿੰਡੇ ਜ਼ਿਲ੍ਹੇ ਦਾ ਜਿਹੜਾ ਕਸਬਾ ਨਥਾਣਾ ਹੈ ਉਹ ਵੀ ਇਹਦਾ ਇੱਕ ਭਾਗ ਸੀ। ਉਹਦੇ ਬਾਅਦ ਵਿੱਚ 1888 ਦੇ ਵਿੱਚ ਇੱਕ ਕਮਿਸ਼ਨ ਬਣਿਆ ਸੀ ਜਿਹਨੇ ਫਾਜ਼ਿਲਕਾ ਜਿਹੜਾ ਸੀ ਉਹ ਫਿਰੋਜ਼ਪੁਰ ਨੂੰ ਦੇ ਦਿੱਤਾ। ਜਿਹੜਾ ਉਸ ਵੇਲੇ ਫਾਜ਼ਿਲਕਾ ਵੀ ਜਿਹੜਾ ਸੀ ਫਿਰੋਜ਼ਪੁਰ ਦਾ ਹਿੱਸਾ ਨਹੀਂ ਸੀ, ਔਰ ਜਿਹੜਾ ਨਥਾਣਾ ਸੀ ਉਹ ਕੱਢ ਕੇ ਬਠਿੰਡੇ ਦੇ ਵਿੱਚ ਕੀਤਾ। ਔਰ ਇਹਦੀ ਹੱਦਬੰਦੀ ਇਸ ਕਿਸਮ ਦੀ ਜਿਹੜੀ ਹੋਈ ਹੈ। ਔਰ ਇਹ ਇਤਿਹਾਸਕ ਪੱਖ ਤੋਂ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ 3 ਐਂਗਲੋ ਸਿੱਖ ਵਾਰ ਇੱਥੇ ਹੋਈਆਂ ਨੇ, ਜਿਹੜੀਆਂ ਅੰਗਰੇਜ਼ਾਂ ਤੇ ਸਿੱਖਾਂ ਦੀਆਂ ਲੜਾਈਆਂ ਹੋਈਆਂ ਨੇ। ਪਹਿਲੀ 18 ਦਸੰਬਰ 1845 ਨੂੰ ਮੁਦਕੀ ਦੇ ਵਿੱਚ ਹੋਈ ਹੈ, ਫਿਰ 21 ਦਸੰਬਰ 1845 ਨੂੰ ਫਿਰੋਜ਼ਸ਼ਾਹ ਦੇ ਵਿੱਚ ਹੋਈ ਹੈ, ਫਿਰ 2 ਜੰਗਾਂ ਲੁਧਿਆਣੇ ਜ਼ਿਲ੍ਹੇ ਵਿੱਚ ਹੋਈਆਂ ਨੇ, ਬੱਦੋਵਾਲ ਤੇ ਆਲੀਵਾਲ, ਤੇ ਲਾਸਟ ਜਿਹੜੀ 5ਵੀਂ ਜੰਗ ਉਹ ਹੋਈ ਹੈ ਸਭਰਾਉਂ ਦੇ ਵਿੱਚ, ਜਿੱਥੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਸ਼ਹੀਦ ਹੁੰਦੇ ਨੇ, ਜਿੱਥੇ ਸ਼ਾਹ ਮੁਹੰਮਦ ਲਿਖਦੇ ਨੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਔਰ ਸਾਰਾਗੜ੍ਹੀ ਦਾ ਜਿਹੜਾ ਇਤਿਹਾਸਕ ਮੋਨੂਮੈਂਟ ਹੈ, ਗੁਰਦੁਆਰਾ ਸਾਹਿਬ ਹੈ, ਉਹ ਵੀ ਫਿਰੋਜ਼ਪੁਰ ਦੇ ਵਿੱਚ ਸਥਿਤ ਹੈ, ਜਿੱਥੇ 21 ਸਿੱਖ ਨੌਜਵਾਨ ਤੇ ਇੱਕ ਖੁਦਾਦਾਦ ਜਿਹੜਾ ਉਹਨਾਂ ਦਾ ਰਸੋਈਆ ਸੀ ਜਾਂ ਮਜ਼ਦੂਰ ਸੀ, ਸੇਵਾਦਾਰ ਸੀ, ਉਹਦੀ ਵੀ ਸ਼ਹੀਦੀ ਜਿਹੜੀ ਹੋਈ ਹੈ ਉਹ ਉਹਨਾਂ ਦੀ ਯਾਦ ਵਿੱਚ ਫਿਰੋਜ਼ਪੁਰ ਦੇ ਵਿੱਚ ਜਿਹੜਾ ਹੈ ਇਤਿਹਾਸਕ ਗੁਰਦੁਆਰਾ ਬਣਿਆ ਹੋਇਆ, ਜਿਹੜਾ 1902 'ਚ ਬਣਨਾ ਸ਼ੁਰੂ ਹੋਇਆ ਸੀ। 1904 ਵਿੱਚ ਸਰ ਚਾਰਲਸ ਮਿੰਟਗੋਮਰੀ ਨੇ ਇਹਦਾ ਉਦਘਾਟਨ ਕੀਤਾ ਸੀ। ਬਾਕੀ ਸੁਕੇਦ ਇੱਥੇ ਬਣੀ ਹੋਈ ਹੈ। ਔਰ ਇਸੇ ਜ਼ਿਲ੍ਹੇ ਦੇ ਵਿੱਚ ਫਿਰੋਜ਼ਪੁਰ ਤੋਂ ਸੈਨੀਵਾਲਾ ਦੇ ਵਿੱਚ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀਆਂ ਸਮਾਧਾਂ ਨੇ, ਕਿਉਂਕਿ ਉਹਨਾਂ ਨੇ ਇਹਨਾਂ ਦਾ ਅੰਤਿਮ ਸੰਸਕਾਰ ਇੱਥੇ ਕੀਤਾ। ਮਾਤਾ ਵਿਦਿਆਵਤੀ ਜੀ ਜਿਹੜੇ ਸਰਦਾਰ ਭਗਤ ਸਿੰਘ ਦੇ ਮਾਤਾ ਜੀ ਸਨ, ਉਹਨਾਂ ਦੀ ਸਮਾਧ ਵੀ ਜਿਹੜੀ ਇੱਥੇ ਬਣੀ ਹੋਈ ਹੈ, ਕਿਉਂਕਿ ਮਾਤਾ ਜੀ ਨੇ ਇਹ ਗੱਲ ਕਹੀ ਸੀ ਕਿ ਮੈਂ ਆਪਣੇ ਬੇਟਿਆਂ ਕੋਲ ਰਹਿਣਾ ਚਾਹੁੰਦੀ ਹਾਂ, ਇਹ ਲਈ ਉਹਨਾਂ ਦਾ ਸੰਸਕਾਰ ਵੀ ਇੱਥੇ ਕੀਤਾ। ਸ਼੍ਰੀ ਪੀ.ਕੇ. ਦੱਤ ਜੀ ਜਿਹੜੇ ਸਰਦਾਰ ਭਗਤ ਸਿੰਘ ਉਹਨਾਂ ਦੇ ਸਾਥੀ ਸਨ, ਜਦ ਉਹਨਾਂ ਨੇ ਵੀ ਕਿਹਾ ਸੀ ਮੈਂ ਆਪਣੇ ਸਾਥੀਆਂ ਕੋਲ ਰਹਿਣਾ ਚਾਹੁੰਦਾ, ਔਰ ਉਹਨਾਂ ਦਾ ਵੀ ਅੰਤਿਮ ਸੰਸਕਾਰ ਜਿਹੜਾ ਸੀ ਉਹ ਇੱਥੇ ਕੀਤਾ ਗਿਆ ਸੀ। ਇਤਿਹਾਸਕ ਪੱਖ ਤੋਂ ਫਿਰੋਜ਼ਪੁਰ ਦੀ ਜਿਹੜੀ ਮਹੱਤਤਾ ਜਿਹੜੀ ਹੈ ਇਹ ਬਹੁਤ ਹੈ। ਡਾਕਟਰ ਸਾਹਿਬ ਕਿਹਾ ਜਾਂਦਾ ਵੀ ਇੱਥੇ ਫਿਰੋਜ਼ਪੁਰ ਦੇ ਵਿੱਚ ਕੋਈ ਭਗਤ ਸਿੰਘ ਜੀ ਦੀ ਕੋਈ ਪੁਰਾਣਾ ਘਰ ਵੀ ਹੈ ਜਾਂ ਕੋਈ ਇਦਾਂ ਦੀ ਕੋਈ ਉਹਨਾਂ ਦੀ ਰਿਆਸਤ? ਹਾਂਜੀ, ਤੂੜੀ ਬਾਜ਼ਾਰ ਦੇ ਵਿੱਚ ਉਹ ਚਬਾਰਾ ਅਜੇ ਵੀ ਹੈ ਜਿੱਥੇ ਸਰਦਾਰ ਭਗਤ ਸਿੰਘ ਹੁਣੀ ਆ ਕੇ ਰਹਿੰਦੇ ਹੁੰਦੇ ਸਨ। ਔਰ ਇੱਥੇ ਬਹੁਤ ਲੰਬਾ ਸਮਾਂ ਸਰਦਾਰ ਭਗਤ ਸਿੰਘ ਆਪਣੇ ਸਾਥੀਆਂ ਨਾਲ ਰਹੇ ਨੇ। ਇੱਥੇ ਉਹ ਬੰਬ ਵੀ ਬਣਾਉਂਦੇ ਰਹੇ ਨੇ ਜੀ। ਜਿਹੜਾ ਅਕਾਲਗੜ੍ਹ ਗੁਰਦੁਆਰਾ ਸਾਹਿਬ ਦੇ ਨਾਲ ਸ਼੍ਰੀ ਹੰਸਰਾਜ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਹੈ, ਉਹ ਉਹਨਾਂ ਦੇ ਸਾਥੀ ਸਨ। ਔਰ ਬੰਬ ਬਣਾਉਂਦਿਆਂ ਹੀ ਉਹਨਾਂ ਦਾ ਨੁਕਸਾਨ ਹੋਇਆ ਸੀ, ਉਹ ਉਹਨਾਂ ਦੇ ਸਾਥੀ ਰਹੇ ਨੇ। ਬੜੀ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਵੀ ਉਸ ਜਗ੍ਹਾ ਨੂੰ ਜਿਹੜਾ ਹੈ ਮੋਨੂਮੈਂਟ ਕੋਈ ਬਣਾਇਆ ਜਾਵੇ, ਪਰੰਤੂ ਅਜੇ ਸਰਕਾਰ ਜਿਹੜੀ ਹੈ ਉਸ ਪਾਸੇ ਇਤਨਾ ਧਿਆਨ ਨਹੀਂ ਦੇ ਰਹੀ। ਔਰ ਜਿਹੜੀ ਇੱਕ ਗੱਲ ਹੋਰ ਹੈ, ਜਿਹੜੀ ਇਹ ਗੱਲ ਕਹੀ ਜਾਂਦੀ ਹੈ ਵੀ ਸਰਦਾਰ ਭਗਤ ਸਿੰਘ ਦੇ ਕੇਸ ਜਿਹੜੇ ਨੇ ਲਾਹੌਰ ਦੇ ਵਿੱਚ ਕੱਟੇ ਗਏ ਸਨ ਜੀ, ਜਦੋਂ ਉਹਨਾਂ ਨੇ ਸਾਂਡਰਸ ਨੂੰ ਮਾਰਿਆ ਜੀ। ਨਹੀਂ, ਭਗਤ ਸਿੰਘ ਦੇ ਜਿਹੜੇ ਕੇਸ ਨੇ ਉਹ ਇੱਥੇ ਕੱਟੇ ਗਏ ਸਨ, ਕਿਉਂਕਿ ਜਦੋਂ ਉਹਦੇ ਸਾਥੀਆਂ ਨੇ ਇਹ ਗੱਲ ਕਹੀ ਵੀ ਇਹ ਸਰਦਾਰ ਮੁੰਡਾ ਹੈ ਔਰ ਇਹਨੇ ਫੜਵਾ ਦੇਣਾ, ਤਾਂ ਫਿਰ ਉਹਨਾਂ ਨੇ ਸਰਦਾਰ ਭਗਤ ਸਿੰਘ ਦੇ ਕੇਸ ਆਪ ਕੱਟੇ ਨੇ। ਇਹ ਜਿਹੜਾ ਡਾਕਖਾਨੇ ਵਾਲੀ ਗਲੀ ਹੈ ਉਹਦੇ ਅਖੀਰ ਤੇ ਇੱਕ ਨਾਈ ਦੀ ਦੁਕਾਨ ਹੁੰਦੀ ਸੀ, ਲੜਦੇ ਫਿਰ ਉੱਥੇ ਗਏ ਨੇ। ਉਹਨੂੰ ਸਰਦਾਰ ਭਗਤ ਸਿੰਘ ਨੇ ਇਹ ਗੱਲ ਕਹੀ ਵੀ ਇਹਨੇ ਮੇਰੇ ਕੇਸ ਕੱਟ ਦਿੱਤੇ ਨੇ, ਉਗੜ ਦੁਗੜ ਨੇ, ਤੇ ਤੂੰ ਠੀਕ ਕਰਕੇ ਕੱਢ ਦੇ ਤਾਂ ਕਿ ਉਹਨੂੰ ਇਹ ਨਾ ਪਤਾ ਲੱਗੇ ਵੀ ਕੇਸ ਕਿਉਂ ਕਟਵਾ ਰਹੇ ਆ। ਉਹ ਤੂੜੀ ਬਾਜ਼ਾਰ ਦੇ ਚਬਾਰਾ ਜਿਹੜਾ ਉਹ ਅਜੇ ਵੀ ਇੱਥੇ। ਤੇ ਦਰਸ਼ਕੋ ਇਹ ਬਹੁਤ ਵੱਡੀ ਇਨਫੋਰਮੇਸ਼ਨ ਸੀ ਭਗਤ ਸਿੰਘ ਜੀ ਜੋ ਸਾਡੇ ਸ਼ਹੀਦ ਨੇ ਭਗਤ ਸਿੰਘ ਜੀ, ਤੇ ਬਹੁਤ ਵੱਡੀ ਜਿਹੜੀ ਇਨਫੋਰਮੇਸ਼ਨ ਸਾਨੂੰ ਜਿਹੜੀ ਦਿੱਤੀ ਹੈ ਉਹਨਾਂ ਬਾਰੇ। ਤੇ ਆਓ ਅਸੀਂ ਕੰਟੀਨਿਊ ਕਰਦੇ ਹਾਂ ਤੇ ਹੋਰ ਕੀ ਡਾਕਟਰ ਸਾਹਿਬ ਉਪਲਬਧੀਆਂ ਜਿਹੜੀਆਂ ਰਾਜੇ ਵੱਲੋਂ ਜਿਹੜੇ ਫਿਰੋਜ਼ਪੁਰ ਨੂੰ ਦਿੱਤੀਆਂ ਗਈਆਂ ਜਾਂ ਹੋਰ ਕਿੱਥੇ ਤੱਕ ਫੈਲਿਆ ਸੀ। ਕਿਹਾ ਜਾਂਦਾ ਸੀ ਸਿਰਸਾ ਵੀ ਕਿਸੇ ਟਾਈਮ ਤੇ ਫਿਰੋਜ਼ਪੁਰ ਦੇ ਵਿੱਚ ਆਉਂਦਾ ਸੀ, ਤੇ ਕੁਝ ਨਹਿਰਾਂ ਵੀ ਸੀਗੀਆਂ ਜਿਹੜੀਆਂ ਉਹਨਾਂ ਵੱਲੋਂ ਦਿੱਤੀਆਂ ਗਈਆਂ ਸੀ ਉਸ ਟਾਈਮ ਦੇ ਵਿੱਚ। ਦੇਖੋ ਜਿਹੜਾ ਹੁਸੈਨੀਵਾਲਾ ਬਾਰਡਰ ਹੈ, ਕਿਉਂਕਿ ਇੱਥੇ ਸਤਲੁਜ ਦਰਿਆ ਇੱਥੋਂ ਅੱਗੇ ਪਾਕਿਸਤਾਨ ਨੂੰ ਜਾ ਰਿਹਾ ਜੀ, ਤਾਂ ਇੱਥੋਂ ਇੱਕ ਬੀਕਾਨੇਰ ਕਨਾਲ ਜੀ ਜਿਹੜੀ ਰਾਜਸਥਾਨ ਨੂੰ ਜਾਂਦੀ ਹੈ ਜੀ,
ਉਹ ਵੀ ਇੱਥੋਂ ਨਿਕਲ ਕੇ ਗਈ ਹੈ। ਜੀ ਜਿਹੜੀ ਹੁਸੈਨੀ ਵਾਲਾ ਬਾਰਡਰ ਤੋਂ ਜਿਹੜਾ ਹਰੀਕਾ ਪੱਤਨ ਹੈ, ਉੱਥੋਂ ਰਾਜਸਥਾਨ ਫੀਡਰ ਜੀ ਔਰ ਇੱਕ ਰਾਜਸਥਾਨ ਫੀਡਰ, ਇੱਕ ਅਬੋਧ ਕਨਾਲ, ਉਹ ਨਿਕਲਦੀਆਂ ਨੇ। ਰਾਜਸਥਾਨ ਦਾ ਪਾਣੀ ਰਾਜਸਥਾਨ ਨੂੰ ਜਾਂਦਾ ਹੈ, ਉਹ ਫੀਡਰ ਦਾ ਜਿਹੜਾ ਪਾਣੀ ਹੈ ਉਹ ਇੱਥੇ ਪੰਜਾਬ ਦੇ ਵਿੱਚ ਰਹਿ ਜਾਂਦਾ ਹੈ। ਹੁਸੈਨੀ ਵਾਲਾ ਤੋਂ ਅੰਗਰੇਜ਼ਾਂ ਨੇ 1926 ਦੇ ਵਿੱਚ ਜਿਹੜੀ ਸੀ ਉਹ ਗੰਗ ਕਨਾਲ ਮਹਾਰਾਜਾ ਗੰਗਾ ਸਿੰਘ ਨੇ, ਇਹ ਤੁਸੀਂ ਬਹੁਤ ਵਧੀਆ ਪ੍ਰਸ਼ਨ ਕੀਤਾ ਹੈ ਜੀ ਸ਼ੁਕਰੀਆ ਵੀ ਮਹਾਰਾਜਾ ਗੰਗਾ ਸਿੰਘ ਬਹੁਤ ਇੱਕ ਨੇਕ ਦਿਲ ਰਾਜੇ ਸਨ, ਜੀ ਕਿਉਂਕਿ ਰਾਜਸਥਾਨ ਦੇ ਵਿੱਚ ਪਾਣੀ ਦੀ ਘਾਟ ਸੀ ਔਰ ਉਹਨਾਂ ਨੇ ਅੰਗਰੇਜ਼ਾਂ ਕੋਲੋਂ ਇਹ ਜ਼ਮੀਨ ਮੁੱਲ ਲਈ ਜਿੱਥੇ ਇਹ ਨਹਿਰ ਨਿਕਲੀ ਹੋਈ ਹੈ। ਅੱਛਾ ਔਰ ਇਹਦੇ ਤੇ ਉਹਨਾਂ ਨੇ ਚਾਂਦੀ ਦੇ ਰੁਪਏ, ਉਸ ਸਮੇਂ ਦੇ ਵਿੱਚ ਹਾਂਜੀ ਉਸ ਸਮੇਂ ਉਹ 19 ਮਿੰਟ ਦੀ ਜਿੰਨੀ ਜਿਹੜੀ ਹੈ ਚਾਂਦੀ ਦੇ ਰੁਪਏ ਤੇ ਆਉਂਦੀ ਹੈ, ਉਨੀ ਜ਼ਮੀਨ ਉਹਨਾਂ ਨੇ ਦਿੱਤੀ ਸੀ। ਜੀ ਔਰ ਇਹ ਮਹਾਰਾਜਾ ਸਾਹਿਬ ਕੋਲੋਂ ਜਿਹੜੇ ਸੀ ਪੈਸੇ ਖਤਮ ਹੋ ਗਏ ਸੀ। ਜੀ ਜਦੋਂ ਅਸੀਂ ਜਾਂਦੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਇੱਕ ਪਿੰਡ ਰੋੜਾਂ ਵਾਲਾ ਹੈ, ਜੀ ਬਰਾਬਰ ਉੱਥੇ ਕਸਬਾ ਮੰਡੀ ਅਮੀਨਗੰਜ ਉਹਦਾ ਨਾਂ ਹੈ ਅਸਲ ਦੇ ਵਿੱਚ। ਰੋੜਾਂ ਵਾਲੀ ਤਾਂ ਉੱਥੋਂ ਕਹਿੰਦੇ ਨੇ ਵੀ ਜਦੋਂ ਇਹ ਨਹਿਰ ਦੀ ਪਟਾਈ ਹੋਈ ਤਾਂ ਉੱਥੋਂ ਰੋਡ ਬਹੁਤ ਨਿਕਲੇ ਸੀ, ਜੀ ਜ਼ਮੀਨ ਦੇ ਥੱਲੇ ਇੱਕ ਕਿਲ੍ਹਾ ਨਿਕਲਿਆ ਸੀ ਅੱਛਾ ਉਸ ਵੇਲੇ। ਔਰ ਉੱਥੇ ਇੰਨਾ ਖਜ਼ਾਨਾ ਨਿਕਲਿਆ ਕਿਉਂਕਿ ਜਦੋਂ ਪਹਿਲਾਂ ਮਹਾਰਾਜਾ ਗੰਗਾ ਸਿੰਘ ਕੋਲ ਪੈਸੇ ਖਤਮ ਹੋ ਗਏ ਜੀ ਤਾਂ ਫਿਰ ਕੁਝ ਮਹਾਰਾਜਿਆਂ ਨੇ, ਇੱਕ ਮਹਾਰਾਣੀ ਨੇ ਪੈਸੇ ਮਹਾਰਾਜਾ ਗੰਗਾ ਸਿੰਘ ਨੂੰ ਦਿੱਤੇ ਸੀ ਕਿ ਤੁਸੀਂ ਨੇਕ ਕੰਮ ਕਰ ਰਹੇ ਹੋ, ਜਦੋਂ ਪਟਾਈ ਕਰਾਓ। ਜਦੋਂ ਪਟਾਈ ਉੱਥੇ ਨਿਕਲੀ, ਉਹਦੇ ਥੱਲੇ ਜ਼ਮੀਨ ਦੇ ਥੱਲੇ ਇੱਕ ਕਿਲ੍ਹਾ ਨਿਕਲਿਆ ਸੀ। ਜੀ ਉਹ ਕਿਲ੍ਹੇ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਨਿਕਲਿਆ ਸੀ ਤਾਂ ਉਹਦੇ ਨਾਲ ਇੱਕ ਪਟਾਈ ਕਰਾ ਕੇ ਲੈ ਗਏ। ਫਿਰ ਮਹਾਰਾਜਾ ਗੰਗਾ ਸਿੰਘ ਇਸ ਗੱਲ ਤੇ ਨਾਰਾਜ਼ ਸੀ ਵੀ ਮੇਰੇ ਕੋਲੋਂ ਜ਼ਿਆਦਾ ਪੈਸੇ ਲਏ ਨੇ। ਉਹ ਕਹਿੰਦੇ ਸੀ ਵੀ ਮੈਂ ਇਹਦੇ ਤੇ ਛੱਤ ਪਾ ਦੇਣੀ ਹੈ, ਮੈਂ ਪੰਜਾਬ ਦੀ ਕੀੜੀ ਨੂੰ ਵੀ ਪਾਣੀ ਜਿਹੜਾ ਸੀ ਨਹੀਂ ਪੀਣ ਦਿਆਂਗਾ। ਤਾਂ ਫਿਰ ਉਹਨਾਂ ਲੋਕਾਂ ਨੇ ਸਮਝਾਇਆ ਪਾਣੀ ਦਾ ਪੁੰਨ ਹੁੰਦਾ ਹੈ, ਇਹ ਨਹੀਂ ਕਰਨਾ। ਤਾਂ ਅੰਗਰੇਜ਼ ਸਰਕਾਰ ਨੇ ਮਹਾਰਾਜਾ ਗੰਗਾ ਸਿੰਘ ਤੇ ਕੇਸ ਕੀਤਾ ਇੱਕ ਵੀ ਤੁਸੀਂ ਜਿਹੜਾ ਜ਼ਮੀਨ ਦੇ ਥੱਲੇ ਜਿਹੜਾ ਖਜ਼ਾਨਾ ਨਿਕਲਦਾ ਉਹਦੇ ਤੇ ਸਰਕਾਰ ਜਿਹੜੀ ਹੈ ਕਾਬਜ਼ ਹੁੰਦੀ ਹੈ ਵੀ ਉਹਦੇ ਤੋਂ ਜਿਹੜਾ ਪੈਸਾ ਮਿਲਿਆ ਉਹ ਸਾਡਾ ਹੋਣਾ ਚਾਹੀਦਾ ਹੈ। ਪਰ ਉਸ ਜੱਜ ਨੇ ਫੈਸਲਾ ਮਹਾਰਾਜਾ ਗੰਗਾ ਸਿੰਘ ਦੇ ਹੱਕ ਵਿੱਚ ਦਿੱਤਾ ਸੀ। ਇਹ ਤਾਂ ਨਹਿਰ ਜਿਹੜੀ ਸੀਗਾ ਉਹ ਬੀਕਾਨੇਰ ਤੱਕ ਜਿਹੜਾ ਪਾਣੀ ਹੈ ਉਹ ਹੁਸੈਨੀ ਵਾਲੇ ਤੋਂ ਜਿਹੜੀ ਹੈ, ਇਹਦਾ ਨਾਮ ਹੀ ਜਿਹੜਾ ਗੰਗ ਕਨਾਲ ਵੀ ਕਹਿੰਦੇ ਹੈ ਤੇ ਬੀਕਾਨੇਰ ਕਨਾਲ ਵੀ ਕਹਿੰਦੇ, ਬੀਕਾਨੇਰ ਤੱਕ ਜਾਂਦਾ ਹੈ। ਵੈਸੇ ਸਤਿਕਾਰ ਵਜੋਂ ਇਹਨੂੰ ਗੰਗ ਕਨਾਲ ਜਿਹੜਾ ਹੈ। ਸੋ ਦੋਸਤੋ, ਅੱਜ ਤੁਸੀਂ ਜਾਣਿਆ ਫਿਰੋਜ਼ਪੁਰ ਦੇ ਇਤਿਹਾਸ ਬਾਰੇ। ਸੋ ਇੱਦਾਂ ਦੀਆਂ ਹੋਰ ਵਧੇਰੀ ਜਾਣਕਾਰੀਆਂ ਲੈ ਕੇ ਤੁਹਾਡੇ ਇਸ ਵਿਚਕਾਰ ਅਸੀਂ ਹਾਜ਼ਰ ਹੋਵਾਂਗੇ। ਹੋਰ ਵੀ ਇੱਦਾਂ ਦੇ ਬਹੁਤ ਇਤਿਹਾਸਿਕ ਸਥਾਨ ਨੇ ਜੋ ਕਿ ਫਿਰੋਜ਼ਪੁਰ ਦੇ ਵਿੱਚ ਵੀ ਨੇ, ਫਿਰੋਜ਼ਪੁਰ ਦੇ ਬਾਹਰ ਵੀ ਨੇ, ਤੇ ਅਸੀਂ ਜਲਦ ਤੁਹਾਡੇ ਲਈ ਇੱਦਾਂ ਦੀਆਂ ਹੋਰ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸ਼ੁਕਰੀਆ।